ਕਿਸੇ ਕਵੀ ਨੇ ਕਿਹਾ ਹੈ, ਪੰਛੀ ਹਵਾ ਦੇ ਹੜ ਨੂੰ ਕਿਉਂ ਜਾਵੇ ਨਾ ਚੀਰਦਾ, ਖੰਭਾਂ ਦੇ ਵਿੱਚ ਜ਼ੋਰ ਹੈ ਸਾਰੇ ਸਰੀਰ ਦਾ। ਤੂੰ ਠੋਕਰਾਂ 'ਚੋਂ ਠੋਸ ਇਰਾਦੇ ਨੂੰ ਜਨਮ ਦੇ, 100 ਵਾਰ ਤੈਨੂੰ ਆਖਿਆ ਹੌਕਾ ਨਹੀਂ ਭਰੀਦਾ। ਅਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਸ਼ਜਰਾਣਾ, ਜ਼ਿਲ੍ਹਾ ਫਾਜ਼ਿਲਕਾ, ਅਤੇ ਇੱਥੇ ਵਿਸ਼ੇਸ਼ ਤੌਰ 'ਤੇ ਅਸੀਂ ਗੱਲ ਕਰਾਂਗੇ ਝੀਂਗਾ ਪਾਲਣ ਬਾਰੇ। ਇੱਥੋਂ ਦੀ ਜਿਹੜੀ ਜ਼ਮੀਨ ਆ ਉਹ ਖਾਰੇ ਪਾਣੀ ਵਾਲੀ ਆ, ਸੇਮ ਵਾਲੀ ਆ, ਜ਼ਮੀਨਾਂ ਦੇ ਵਿੱਚ ਕੋਈ ਉਤਪਾਦਨ ਨਹੀਂ ਹੋ ਰਿਹਾ। ਅਤੇ ਇੱਥੇ ਕਈ ਕਿਸਾਨ ਵੀਰ ਜਿਹੜੇ ਉਹਨਾਂ ਨੇ ਇਹ ਉਪਰਾਲਾ ਕੀਤਾ ਹੈ, ਉਹਨਾਂ ਦੇ ਨਾਲ ਉਹਨਾਂ ਦਾ ਹੱਥ ਫੜਿਆ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਨੇ। ਅਤੇ ਇਸ ਜ਼ਮੀਨ ਦੇ ਵਿੱਚ ਵੱਖੋ ਵੱਖਰੇ ਤਜਰਬੇ ਕੀਤੇ ਗਏ। ਬੜਾ ਲੰਮਾ ਜਿਹੜਾ ਯਤਨ ਕੀਤਾ ਗਿਆ ਕਿ ਕਿਸਾਨਾਂ ਨੂੰ ਕਿਵੇਂ ਜਿਹੜਾ ਵਾ ਉਹ ਅੱਗੇ ਵਧਾਇਆ ਜਾਏ, ਉਹਨਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਇਹਨਾਂ ਨੇ ਕਦੀ ਮੱਛੀ ਪਾਲਣ ਦੇ ਤਜਰਬੇ ਕੀਤੇ ਜਿਹੜੇ ਸਫਲ ਰਹੇ, ਝੀਂਗਾ ਦਾ ਤਜਰਬਾ ਕੀਤਾ ਉਹ ਵੀ ਸਫਲ ਆ। ਸਾਡੇ ਨਾਲ ਨੇ ਅੱਜ ਡਾਕਟਰ ਮੀਰਾ ਡੀ ਅੰਸਲ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਕਾਲਜ ਆਫ ਫਿਸ਼ਰੀ ਦੇ ਡੀਨ, ਅਤੇ ਨਾਲ ਉਹਨਾਂ ਦੇ ਨੇ ਡਾਕਟਰ ਪ੍ਰਭਜੀਤ ਸਿੰਘ, ਜਿਹੜੇ ਕਿ ਇਸ ਬਾਰੇ ਬੜੀ ਕੁਸ਼ਲਤਾ ਦੇ ਨਾਲ ਜਿਹੜਾ ਇੱਥੋਂ ਦੇ ਕਿਸਾਨ ਜਿਹੜੇ ਆ ਉਹਨਾਂ ਨੂੰ ਰਾਹ ਦੇ ਸਿਰਾ ਬਣੇ ਹੋਏ ਨੇ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਵਾ ਇੱਥੇ ਕਾਰਜ ਕਰਨਾ। ਅਤੇ ਨਾਲ ਹੀ ਸਾਡੇ ਕਿਸਾਨ ਵੀਰ ਜਿਹੜੇ ਵਿਸ਼ੇਸ਼ ਤੌਰ 'ਤੇ ਸਾਡੀ ਸਭ ਤੋਂ ਵੱਡੀ ਧਿਰ ਜਿਹੜੀ ਆ ਸਾਡੇ ਕਿਸਾਨ ਸਾਡੇ ਵੀਰ ਨਾਲ ਬੈਠੇ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਇੱਕ ਜਿਹੜੇ ਆ ਇੱਥੇ ਕੰਮ ਕਰ ਰਹੇ ਨੇ, ਅਤੇ ਕੁਝ ਇਹੋ ਜਿਹੇ ਨੇ ਜਿਹੜੇ ਨਵੇਂ ਚਾਹਵਾਨ ਨੇ, ਜਿਹੜੇ ਨਵੇਂ ਨੌਜਵਾਨ ਸਾਡੇ ਉਦਮੀ ਬਣਨਾ ਚਾਹੁੰਦੇ ਉਹ ਵੀ ਸਾਡੇ ਨਾਲ ਸ਼ਾਮਲ ਨੇ। ਅਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਾਲਜ ਆਫ ਫਿਸ਼ਰੀਜ਼ ਦੇ ਡੀਨ ਡਾਕਟਰ ਮੀਰਾ ਡੀ ਅੰਸਲ ਨਾਲ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਇਹ ਯਤਨ ਕੀਤੇ, ਇੱਥੋਂ ਤੱਕ ਗੱਲ ਕਿਵੇਂ ਪਹੁੰਚੀ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਸ ਪਿੰਡ ਦੇ ਵਿੱਚ ਤਕਰੀਬਨ 600 ਏਕੜ ਜ਼ਮੀਨ ਐਸੀ ਹੈ ਜਿਹੜੀ ਬਿਲਕੁਲ ਬੇਕਾਰ ਪਈ ਹੈ। ਅਤੇ ਜੇ ਤੁਸੀਂ ਕਿਸਾਨ ਵੀਰਾਂ ਨਾਲ ਗੱਲ ਕਰੋਗੇ ਤਾਂ ਉਹਨਾਂ ਨੂੰ ਪਿਛਲੇ 30 ਤੋਂ 40 ਸਾਲ ਹੋ ਗਏ ਨੇ ਉਹਨਾਂ ਨੂੰ ਇਸ ਜ਼ਮੀਨ ਤੋਂ ਕੋਈ ਵੀ ਪ੍ਰੋਡਕਸ਼ਨ ਜਾਂ ਕਮਾਈ ਨਹੀਂ ਹੋਈ। ਅਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਸਾਡੇ ਕੋਲ ਦੱਖਣੀ ਪੱਛਮੀ ਜ਼ਿਲ੍ਹੇ ਹੈਗੇ ਆ, ਜਿਵੇਂ ਫਾਜ਼ਿਲਕਾ, ਬਠਿੰਡਾ ਹੋ ਗਿਆ, ਸ਼੍ਰੀ ਮੁਕਤਸਰ ਸਾਹਿਬ ਹੋ ਗਿਆ, ਹੈ ਨਾ, ਮਾਨਸਾ ਹੈ। ਅਤੇ ਇਹਨਾਂ ਵਿੱਚ ਕੀ ਹੈਗਾ ਕਿ ਤੁਸੀਂ ਦੇਖੋਗੇ ਕਿ ਕਾਫੀ ਇਲਾਕਾ ਹੈ ਜਿੱਥੇ ਸੇਮ ਦੀ ਸਮੱਸਿਆ ਵੀ ਹੈ ਅਤੇ ਨਾਲੇ ਜ਼ਮੀਨ ਹੇਠਲਾ ਪਾਣੀ ਜਿਹੜਾ ਖਾਰਾ ਹੈਗਾ, ਅਤੇ ਉਹਦੇ ਨਾਲ ਜਿਹੜਾ ਫਸਲੀ ਉਤਪਾਦਨ ਹੈ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੋਏਗਾ। ਬਟ ਇੱਥੇ ਦੀ ਇੱਕ ਵਿਸ਼ੇਸ਼ਤਾ ਇਹ ਹੈਗੀ ਹੈ ਕਿ ਬਾਕੀ ਪੰਜਾਬ ਦੇ ਮੁਕਾਬਲੇ ਜਿਹੜਾ ਪਾਣੀ ਦਾ ਜ਼ਮੀਨ ਹੇਠਲਾ ਪਾਣੀ ਆ ਉਹਦਾ ਸਤਰ ਜਿਹੜਾ ਉੱਚਾ ਹੈਗਾ। ਕਹਿਣ ਤੋਂ ਭਾਵ ਇਹ ਹੈ ਕਿ ਪਾਣੀ ਇਹ ਖਾਰਾ ਹੈਗਾ ਬਟ ਇੱਥੇ ਪਾਣੀ ਉਪਲਬਧ ਹੈ, ਜਦ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਕੀ ਹੈਗਾ ਕਿ ਪਾਣੀ ਦੀ ਸਮੱਸਿਆ ਆ ਰਹੀ ਹੈਗੀ ਹੈ, ਜ਼ਮੀਨ ਹੇਠਲਾ ਪਾਣੀ ਜਿਹੜਾ ਨੀਵੇਂ ਜਾ ਰਿਹਾ। ਸੋ ਉੱਥੇ ਜਦੋਂ ਅਸੀਂ ਇਸ ਚੀਜ਼ ਨੂੰ ਦੇਖਿਆ ਤਾਂ ਅਸੀਂ ਇਹ ਸੋਚਿਆ ਕਿ ਜੇ ਇਹ ਜ਼ਮੀਨਾਂ ਫਸਲਾਂ ਲਈ ਨਹੀਂ ਠੀਕ ਹੈਗਾ ਅਤੇ ਕਿਉਂ ਨਾ ਅਸੀਂ ਇਹਨਾਂ ਜ਼ਮੀਨਾਂ ਦੇ ਉੱਤੇ ਕੋਈ ਐਸੀ ਖੇਤੀ ਕਰੀਏ ਜਿਹਦੇ ਵਿੱਚ ਪਾਣੀ ਦਾ ਉਪਯੋਗ ਹੋਵੇ। ਅਤੇ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਹਾਂ ਤਾਂ ਸੁਭਾਵਿਕ ਹੈ ਕਿ ਜਾਂ ਤਾਂ ਅਸੀਂ ਮਛਲੀ ਪਾਲਣ ਕਰਾਂਗੇ ਜਾਂ ਕੋਈ ਹੋਰ ਜਲ ਜੀਵ ਜਿਹੜਾ ਹੈ ਉਹਦੀ ਖੇਤੀ ਕਰਾਂਗੇ। ਸੋ ਇਹ ਜਿਹੜੇ ਉਪਰਾਲੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਵੱਲੋਂ ਇਹ ਉਪਰਾਲੇ ਜਿਹੜੇ 2007 ਵਿੱਚ ਜਿਹੜੇ ਆ ਉਹ ਸ਼ੁਰੂ ਕੀਤੇ ਗਏ ਸੀਗੇ, ਅਤੇ ਬੜਾ ਲੰਬਾ ਸਫ਼ਰ ਅਸੀਂ ਜਿਹੜਾ ਹੈਗਾ ਤੈਅ ਕੀਤਾ। 2007 ਤੋਂ ਸ਼ੁਰੂ ਕਰਕੇ 2010 ਤੱਕ ਪਹਿਲਾਂ ਅਸੀਂ ਇਹ ਕੰਮ ਸਟਾਰਟ ਕੀਤਾ। ਪੰਜਾਬ ਫਾਰਮਰਸ ਕਮਿਸ਼ਨ ਵੱਲੋਂ ਸਾਨੂੰ ਫੰਡਿੰਗ ਦਿੱਤੀ ਗਈ, ਫਿਰ ਸਾਨੂੰ ਸੈਂਟਰ ਗੌਰਮੈਂਟ ਵੱਲੋਂ ਫੰਡਸ ਮਿਲੇ, ICR ਵੱਲੋਂ ਉਹਨਾਂ ਨੇ ਸਾਨੂੰ 2010 ਤੋਂ ਲੈ ਕੇ 2015 ਤੱਕ ਸਾਨੂੰ ਸਪੋਰਟ ਕੀਤਾ ਕਿ ਅਸੀਂ ਇਸ ਖੇਤਰ ਦੇ ਵਿੱਚ ਅੱਗੇ ਵਧੀਏ। ਸੋ ਅਸੀਂ ਸ਼ੁਰੂਆਤ ਕੀਤੀ ਸੀ ਕਿ ਕਿਵੇਂ ਖਾਰੇ ਪਾਣੀ ਦੇ ਵਿੱਚ ਅਸੀਂ ਮਛਲੀ ਪਾਲਣ ਕਰ ਸਕਦੇ ਹਾਂ। ਸੋ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਜਾਗ ਲਾਇਆ ਸੀ ਇਸੇ ਪਿੰਡ ਵਿੱਚ ਲਾਇਆ ਸੀਗਾ। ਫਿਰ ਅਸੀਂ ਇਹ ਕਹਾਂਗੇ ਕਿ 2012 ਤੋਂ ਬਾਅਦ 2013 ਵਿੱਚ ਅਸੀਂ ਇੱਥੇ ਝੀਂਗਾ ਪਾਲਣ ਦਾ ਪਹਿਲਾ ਸਫਲ ਜਿਹੜਾ ਪ੍ਰਯੋਗ ਕੀਤਾ ਸੀਗਾ, ਔਰ ਇਸੇ ਥਾਈਂ ਜਿੱਥੇ ਅਸੀਂ ਖੜ੍ਹੇ ਹਾਂ ਇੱਥੇ ਉਹ ਹੋਇਆ ਸੀ। ਸੋ ਤੁਸੀਂ ਕਹਿ ਸਕਦੇ ਹੋ 2016 ਵਿੱਚ ਇਹੀ ਜਿਹੜਾ ਰਕਬਾ ਸੀਗਾ 37 ਏਕੜ ਸੀਗਾ, ਅਤੇ ਇਸ ਸਾਲ ਇਹ ਜਿਹੜਾ ਰਕਬਾ ਹੈਗਾ 200 ਏਕੜ ਤੋਂ ਉੱਤੇ ਚਲਾ ਗਿਆ। ਇਸੇ ਪ੍ਰੋਜੈਕਟ ਦੇ ਨਾਲ ਡਾਕਟਰ ਪ੍ਰਭਜੀਤ ਸਿੰਘ ਜਿਹੜੇ ਆ ਉਹ ਜੁੜੇ ਹੋਏ ਨੇ, ਜਿਹੜੇ ਅਕਸਰ ਕਿਸਾਨਾਂ ਦੇ ਕੋਲ ਆਉਂਦੇ ਨੇ। ਜੇ ਆਪਾਂ ਗੱਲ ਕਰੀਏ ਝੀਂਗਾ ਪਾਲਣ ਦੀ, ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਇੱਕ ਇਹੋ ਜਿਹਾ ਕਿੱਤਾ ਹੈ ਜੇ ਵਿਗਿਆਨਿਕ ਤੌਰ ਤਰੀਕੇ ਨਾਲ ਅਪਣਾਇਆ ਜਾਵੇ ਤੇ ਇਸ ਜਿਹੜੇ ਏਰੀਏ ਦੀ ਨੁਹਾਰ ਬਦਲ ਕੇ ਰੱਖ ਦੇਗਾ। ਇੱਕ ਇਹੋ ਜਿਹੀ ਕੱਲੀ ਖੇਤੀ ਹੈ ਜਿਹੜੀ 120 ਦਿਨਾਂ 'ਚ ਤੁਹਾਨੂੰ 3 ਤੋਂ ਲੈ ਕੇ 5 ਲੱਖ ਰੁਪਏ ਦਾ ਸ਼ੁੱਧ ਮੁਨਾਫਾ ਕਿੱਲੇ ਮਗਰ ਦਿੰਦੀ ਹੈ। ਸਭ ਤੋਂ ਪਹਿਲੀ ਗੱਲ ਹੈ ਸਾਡਾ ਫੋਕਸ ਜਿਹੜਾ ਰਹਿੰਦਾ ਕਿਸਾਨ ਵੀਰਾਂ 'ਤੇ ਇਹ ਰਹਿੰਦਾ ਕਿ ਅਸੀਂ ਉਹਨਾਂ ਨੂੰ ਇਸ ਚੀਜ਼ 'ਤੇ ਜ਼ੋਰ ਦਿੰਦੇ ਹਾਂ ਕਿ ਜਿਹੜਾ ਤੁਸੀਂ ਝੀਂਗਾ ਪਾਲਣਾ ਹੈ ਉਹ ਬੈਸਟ ਮੈਨੇਜਮੈਂਟ ਪ੍ਰੈਕਟਿਸਿਸ ਦੇ ਆਧਾਰਿਤ ਹੀ ਪਾਲਣਾ ਹੈ, ਜਿਹਦੇ 'ਚ ਜਿਵੇਂ ਜੇ ਅਸੀਂ ਬਚ ਲੈਣਾ ਹੈ ਅਤੇ ਅਸੀਂ ਕੋਸਟਲ ਐਕਵਾਕਲਚਰ ਅਥਾਰਟੀ ਦੀ ਮਾਨਤਾ ਪ੍ਰਾਪਤ ਹੈਚਰੀਆਂ ਤੋਂ ਵੀ ਬਚ ਲੈਣਾ। ਜੇ ਅਸੀਂ ਕੋਈ ਫੀਡ ਪਾਣੀ ਹੈ ਉਹ ISO ਮਾਰਕਾ ਫੀਡ ਹੀ ਪਾਣੀ ਹੈ, ਅਤੇ ਚੰਗੀ ਕੰਪਨੀਆਂ ਦੀ ਫੀਡ ਪਾਣੀ ਹੈ, ਅਤੇ ਉਹਦੀ ਜਿਹੜੀ ਮਤਲਬ ਨਿਊਟ੍ਰੀਸ਼ਨ ਹੋਵੇ, ਜੇ ਉਹਦਾ ਪ੍ਰੋਟੀਨ ਕੰਟੈਂਟ ਹੈ ਜਾਂ ਹੋਰ ਜਿਹੜੇ ਤੱਤ ਨੇ ਜਿਹੜੇ ਝੀਂਗੇ ਨੂੰ ਲੋੜ ਨੇ, ਜਿਹੜੀਆਂ ਸਟੈਂਡਰਡ ਕੰਪਨੀ ਦੀਆਂ ਉਹਨਾਂ ਦੀ ਫੀਡ ਪਾਣੀ ਆ। ਫਿਰ ਜੈਵਿਕ ਸੁਰੱਖਿਆ ਦੀ ਬੜੀ ਇੱਕ ਇੰਪੋਰਟੈਂਸ ਹੈ
ਕਿਉਂਕਿ ਇਹ ਇੱਕ ਇਹੋ ਜਿਹਾ ਪ੍ਰਾਣੀ ਹੈ ਜਿਹੜਾ ਬੜਾ ਸੰਵੇਦਨਸ਼ੀਲ ਹੈ। ਜੇ ਆਪਾਂ ਇਸ ਪ੍ਰਾਣੀ ਨੂੰ ਬੈਸਟ ਮੈਨੇਜਮੈਂਟ ਪ੍ਰੈਕਟਿਸਿਸ ਨਾਲ ਨਹੀਂ ਪਾਲਾਂਗੇ ਤੇ ਬਹੁਤ ਨੁਕਸਾਨ ਵੀ ਚੱਲਣੇ ਪੈ ਸਕਦੇ ਨੇ। ਸਾਡਾ ਮੇਨ ਫੋਕਸ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦਾ ਇਹ ਹੈ ਕਿ ਪੰਜਾਬ 'ਚ ਝੀਂਗਾ ਪਾਲਣ ਜਿਹੜਾ ਹੈ ਲੰਬੇ ਸਮੇਂ ਤੱਕ ਚੱਲੇ। ਇੱਕ ਇਹੋ ਜਿਹੀ ਖੇਤੀ ਹੈ ਜਿਹੜੇ ਆਪਣੇ ਨੌਜਵਾਨਾਂ ਨੂੰ ਬੇਰੁਜ਼ਗਾਰੀ 'ਚੋਂ ਬਾਹਰ ਕੱਢ ਸਕਦਾ ਹੈ ਤੇ ਉਹਨਾਂ ਵਾਸਤੇ ਰੋਜ਼ਗਾਰ ਦੇ ਜਿਹੜੇ ਮੌਕੇ ਪੈਦਾ ਕਰ ਸਕਦਾ ਹੈ। ਜੇ ਅਸੀਂ ਵੇਖੀਏ ਤਾਂ ਇੱਕ ਉਪਰਾਲਾ ਜਿਹੜਾ ਹੈ ਸਾਡੇ ਇੱਥੇ ਨੌਜਵਾਨ ਉਦਮੀ ਜਿਹੜੇ ਉਹ ਕਰ ਰਹੇ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੋ ਜਿਹਾ ਉਹਨਾਂ ਦੇ ਯਤਨ ਰਹੇ ਤੇ ਕਿਸ ਤਰੀਕੇ ਦੀਆਂ ਉਹਨਾਂ ਨੂੰ ਸਮੱਸਿਆਵਾਂ ਹੋਈਆਂ, ਇਸ ਸੰਬੰਧੀ ਗੱਲ ਕਰਦੇ ਹਾਂ। ਮੇਰਾ ਨਾਮ ਖੁਸ਼ਵੰਤ ਸਿੰਘ ਬਰਾੜ ਹੈ ਜੀ, ਪਿੰਡ ਗੱਦਾਂਡੋ, ਜ਼ਿਲ੍ਹਾ ਫਾਜ਼ਿਲਕਾ ਜੀ। ਤੇ ਮੈਂ ਪਹਿਲੀ ਵਾਰ ਕਰ ਰਿਹਾ ਜੀ ਸ਼੍ਰਿੰਪ ਫਾਰਮਿੰਗ 3 ਏਕੜ ਦੇ ਵਿੱਚ। ਜਿਵੇਂ ਕਿ ਮੈਂ ਲਾਸਟ ਈਅਰ ਹੀ ਪਾਸ ਆਊਟ ਹੋਇਆ ਜੀ ਮਾਸਟਰ ਡਿਗਰੀ ਗੜਵਾਸੂ ਤੋਂ, ਤੇ ਫਸਟ ਟਾਈਮ ਕਰ ਰਿਹਾ। ਤੇ ਹੁਣ ਤੱਕ ਇਹ ਦਿੱਕਤਾਂ ਮਤਲਬ ਲਾਈਕ ਮਾਰਕੀਟਿੰਗ ਦੀ ਆਉਂਦੀ ਆ ਪ੍ਰੋਬਲਮਸ, ਜਿਵੇਂ ਰੇਟ ਦੀ ਕੋਈ ਫਲਕਚੁਏਸ਼ਨਸ ਹੁੰਦੀ ਹੈ ਤਾਂ ਕਰਕੇ। ਬਾਕੀ ਜਿਵੇਂ ਬਿਜਲੀ ਮਹਿਕਮੇ ਦੀਆਂ ਦਿੱਕਤਾਂ ਫਸਟ ਪ੍ਰੈਫਰੈਂਸ ਦਾ ਕਰਕੇ ਨਹੀਂ ਕਰਦੇ। ਬਾਕੀ ਹੋਰ ਕਿਸੇ ਸੀਡ ਵੱਲੋਂ ਜਾਂ ਫੀਡ ਵੱਲੋਂ ਕੋਈ ਦਿੱਕਤਾਂ ਨਹੀਂ ਆਉਂਦੀਆਂ ਜੀ। ਵੈਟਰਨਰੀ ਯੂਨੀਵਰਸਿਟੀ ਤੋਂ ਜਿਹੜਾ ਡਿਗਰੀ ਕਰਕੇ ਤੇ ਮੁੜ ਕੇ ਕੰਮ ਦਾ ਉਪਰਾਲਾ ਕੀਤਾ ਤੇ ਇਹਨਾਂ ਦੇ ਜਿਹੜੇ ਅਧਿਆਪਕ ਨੇ ਉਹ ਸਾਡੇ ਨਾਲ ਹੀ ਨੇ, ਡਾਕਟਰ ਮੀਰਾ ਜੀ। ਤੇ ਡਾਕਟਰ ਮੀਰਾ ਹੋਰਾਂ ਕੋਲੋਂ ਪੁੱਛਦੇ ਹਾਂ ਕਿ ਜਿਵੇਂ ਨਾ ਮੰਡੀਕਾਰੀ ਦੀ ਗੱਲ ਕੀਤੀ ਜਾਂ ਹੋਰ ਜਿਹੜੀਆਂ ਇਹ ਚਾਹੁੰਦੇ ਕਿ ਸਾਨੂੰ ਇਸ ਤਰੀਕੇ ਦੀਆਂ ਦਿੱਕਤਾਂ ਹੱਲ ਹੋਣ, ਉਹਦੇ ਵਾਸਤੇ ਜਿਹੜਾ ਕਿਸ ਤਰੀਕੇ ਦੇ ਉਪਰਾਲੇ ਹੋ ਸਕਦੇ ਜੀ? ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪੜ੍ਹੇ ਲਿਖੇ ਨੌਜਵਾਨ ਵੀ ਇਸ ਖੇਤਰ ਵਿੱਚ ਅੱਗੇ ਆ ਰਹੇ ਨੇ। ਜਿਵੇਂ ਕਿ ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਮਾਰਕੀਟਿੰਗ ਦੀ ਸਮੱਸਿਆ ਆ ਰਹੀ ਹੈਗੀ ਹੈ ਜਾਂ ਬਿਜਲੀ ਮਹਿਕਮੇ ਤੋਂ ਸਮੱਸਿਆ ਆ ਰਹੀ ਹੈ। ਤੇ ਪਹਿਲੀ ਗੱਲ ਜਿਹੜੀ ਮਾਰਕੀਟਿੰਗ ਦੀ ਹੈਗੀ ਆ ਉਹਦੇ ਵਿੱਚ ਮੈਂ ਇਹਨਾਂ ਨੂੰ ਦੱਸਣਾ ਚਾਹਾਂਗੀ ਕਿ ਯੂਨੀਵਰਸਿਟੀ ਵੱਲੋਂ ਵੀ ਇਹ ਉਪਰਾਲੇ ਕੀਤੇ ਜਾ ਰਹੇ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਜਿਵੇਂ ਪੰਜਾਬ ਦਾ ਰਕਬਾ ਵੱਧ ਰਿਹਾ ਸ਼੍ਰਿੰਪ ਫਾਰਮਿੰਗ ਦੇ ਅੰਡਰ, ਤੇ ਕੋਈ ਨਾ ਕੋਈ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਹੈ ਸਾਡੀ ਪੰਜਾਬ ਦੇ ਵਿੱਚ ਵੀ ਆਵੇ, ਤਾਂ ਕਿ ਜਿਹੜੇ ਸਾਡੇ ਕਿਸਾਨ ਵੀਰ ਝੀਂਗਾ ਪੈਦਾ ਕਰ ਰਹੇ ਨੇ ਉਹ ਐਕਸਪੋਰਟਰਸ ਨੂੰ ਆਪਣਾ ਮਾਲ ਜਿਹੜਾ ਹਾਰਵੈਸਟ ਦੇਣ ਦੇ ਨਾਲ ਨਾਲ ਉਹ ਜਿਹੜਾ ਹਾਰਵੈਸਟ ਆ ਉਸ ਪ੍ਰੋਸੈਸਿੰਗ ਇੰਡਸਟਰੀ ਵਿੱਚ ਵੀ ਦੇਵੇ, ਤਾਂ ਕਿ ਉਹਨਾਂ ਨੂੰ ਜਿਹੜਾ ਹੈਗਾ ਕੰਪੀਟੀਟਿਵ ਪ੍ਰਾਈਸ ਮਿਲੇ। ਬਾਕੀ ਇੱਕ ਫੇਜ਼ਡ ਕਲਚਰ ਹੁੰਦਾ ਹੈ ਕਿ ਜੇ ਤੁਹਾਡੇ ਕੋਲ 4-5 ਕਿੱਲੇ ਜ਼ਮੀਨ ਹੈਗੀ ਹੈ ਤੇ ਆਪਾਂ ਇਕੱਠੀ ਉਹਨੂੰ ਸਟਾਕ ਨਾ ਕਰਕੇ ਉਹਨੂੰ ਫੇਜ਼ਡ ਮੈਨਰ ਵਿੱਚ ਕਰੀਏ। ਕਹਿਣ ਤੋਂ ਭਾਵ ਹੈਗਾ ਕਿ ਪਹਿਲਾਂ 2 ਕਿੱਲੇ ਵਿੱਚ ਆਪਾਂ ਸੀਡ ਪਾ ਲਈਏ, ਫਿਰ 2 ਮਹੀਨੇ ਬਾਅਦ ਦੂਜੇ 2 ਕਿੱਲਿਆਂ 'ਚ ਪਾ ਲਈਏ, ਫਿਰ ਉਸ ਤੋਂ ਅੱਗੇ ਫਿਰ 2 ਕਿੱਲਿਆਂ 'ਚ ਪਾ ਲਈਏ। ਉਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ 6-7 ਮਹੀਨੇ ਹੁੰਦੇ ਨੇ ਪੰਜਾਬ ਵਿੱਚ, ਅਪ੍ਰੈਲ ਤੋਂ ਲੈ ਕੇ ਅਕਤੂਬਰ ਨਵੰਬਰ ਤੱਕ ਅਸੀਂ ਬੜੇ ਆਸਾਨੀ ਨਾਲ ਝੀਂਗਾ ਪਾਲ ਸਕਦੇ ਹੈਗੇ ਹਾਂ। ਜਿੱਥੇ ਤੱਕ ਇਹਨਾਂ ਨੇ ਬਿਜਲੀ ਦੀ ਗੱਲ ਕੀਤੀ ਹੈ, ਸੋ ਮੈਂ ਆਸ ਕਰਦੀ ਹਾਂ ਕਿ ਇਸ ਪ੍ਰੋਗਰਾਮ ਦੇ ਰਾਹੀਂ ਜਿਹੜਾ ਸੰਬੰਧਿਤ ਵਿਭਾਗ ਹੈਗਾ ਉਹ ਇਹਨਾਂ ਦੀ ਸਮੱਸਿਆ ਜਿਹੜੀ ਹੈ ਉਹਨਾਂ ਤੱਕ ਪਹੁੰਚੇਗੀ ਤੇ ਉਹ ਇਹੋ ਜਿਹਾ ਕੋਈ ਨਾ ਕੋਈ ਉਪਰਾਲਾ ਕਰਨਗੇ ਕਿ ਜਿਹੜੇ ਸਾਡੇ ਸ਼੍ਰਿੰਪ ਫਾਰਮਰ ਨੇ ਬੇਕਾਰ ਪਈਆਂ ਜ਼ਮੀਨਾਂ ਤੋਂ ਇਹਨਾਂ ਨੂੰ ਉਪਜਾਊ ਕਰ ਰਹੇ ਨੇ, ਇਹਨਾਂ ਤੋਂ ਇੱਕ ਨਵੀਂ ਫਸਲ ਪੈਦਾ ਕਰ ਰਹੇ ਨੇ, ਜਿਹਦੇ ਨਾਲ ਕਿ ਸਾਡੇ ਰਾਜ ਦੀ ਜਿਹੜੀ ਇਕਨੋਮੀ ਨੂੰ ਬਹੁਤ ਫਾਇਦਾ ਹੋਏਗਾ। ਸਾਡੇ ਕਿਸਾਨ ਵੀਰ ਜਿਹੜੇ ਸਾਡੇ ਨਾਲ ਬੈਠੇ ਨੇ ਜਿਨ੍ਹਾਂ ਦੇ ਫਾਰਮ ਤੇ ਤੁਸੀਂ ਆਏ ਆ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਕਿਵੇਂ ਜੀ, ਤੁਸੀਂ ਕਦੋਂ ਸ਼ੁਰੂ ਕੀਤਾ ਕੰਮਕਾਰ ਤੇ ਕਦੋਂ ਜਿਹੜਾ ਇਸ ਕਿੱਤੇ ਦੇ ਵਿੱਚ ਜਿਹੜਾ ਤੁਸੀਂ ਪੈਰ ਲਾਇਆ? ਇਹ ਸੇਮ ਦੇ ਵਿੱਚ ਮਰਿਆ ਪਿਆ ਪਿੰਡ ਹੈ ਜੀ, ਕਿਉਂਕਿ 600 ਕਿੱਲਾ ਏਕੜ ਜ਼ਮੀਨ ਹੈ ਕਿਹੜੀ ਸੇਮ ਦੇ ਵਿੱਚ ਪਈ ਹੈ। ਅੱਛਾ, ਇਹਦੇ ਸਲਾਹ ਦੇ ਨਾਲ ਤੁਹਾਨੂੰ ਆਸਰਾ ਯੂਨੀਵਰਸਿਟੀ ਨੇ ਕੀਤਾ, ਕੁਝ ਮਦਦ ਆਪ ਕੀਤੀ ਤੇ ਉਹਦੇ ਨਾਲ ਵੀ ਅਸੀਂ ਇਹ ਪਲਾਲਾ ਕੀਤਾ ਝੀਂਗੇ ਦਾ ਜੀ। ਪਹਿਲੇ ਹੈਗੇ ਸੀ ਜੀ ਦੇਸੀ ਮੱਛੀ ਹੈਗੀ ਸੀ, ਉਹਦੇ ਨਾਲ ਵੀ ਯੂਨੀਵਰਸਿਟੀ ਦਾ ਸਾਨੂੰ ਆਸਰਾ ਬਹੁਤ ਹੈਗਾ ਸੀ, ਕਿਉਂਕਿ ਉਹਦੇ ਤੋਂ ਆਸਰੇ ਤੋਂ ਕਿਉਂਕਿ ਸ਼ਾਇਦ ਸਾਡੇ ਕੋਲ ਨਹੀਂ ਹੈਗੀ ਸੀ ਜੀ। ਕਿਉਂਕਿ ਸ਼ਾਇਦ ਇਹ ਹੈਗਾ ਸੀ ਵੀ ਜੇ ਕੋਈ ਲਾਗਤ ਆਉਂਦੀ ਹੈ ਤੇ ਉਹ ਝੀਂਗੇ ਤੇ ਬਹੁਤ ਆਉਂਦੀ ਹੈ ਜੀ ਪਹਿਲੇ, ਤੇ ਉਹ ਅਸੀਂ ਕਰ ਨਹੀਂ ਸਕਦੇ ਸੀ ਜੀ। ਅੱਛਾ, ਉਹਦੀ ਵਜ੍ਹਾ ਦੇ ਨਾਲ ਯੂਨੀਵਰਸਿਟੀ ਇਹਨਾਂ ਡਾਕਟਰਾਂ ਨੇ ਕੀਤਾ ਤੇ ਉਹਦੇ ਨਾਲ ਹੀ ਅਸੀਂ ਝੀਂਗਾ 1 ਏਕੜ ਦੇ ਵਿੱਚ ਪਾਇਆ ਜੀ। ਅੱਛਾ, ਇਸ ਏਕੜ ਦੇ ਵਿੱਚ ਅੱਜ ਹੋ ਗਏ 3 ਮਹੀਨੇ ਤੇ 15 ਦਿਨ ਹੋ ਗਏ ਜੀ। ਅੱਛਾ, ਉਹ ਝੀਂਗਾ ਅੱਜ ਤੁਸੀਂ ਵੇਖ ਹੀ ਰਹੇ ਨੇ ਜੀ ਵੀ ਝੀਂਗਾ ਸਹੀ ਹੈਗਾ ਜੀ। ਝੀਂਗਾ ਦੀ ਤਿਆਰੀ ਫੁੱਲ ਹੈ ਤੇ ਝੀਂਗੇ ਨੂੰ ਕੋਈ ਨੁਕਸ ਨਹੀਂ ਹੈਗਾ। ਬਾਕੀ ਥੋੜ੍ਹਾ ਜਿਹਾ ਦਿੱਕਤ ਇਹ ਆਉਂਦੀ ਹੈ ਜੀ ਵੀ ਜਦੋਂ ਵੀ ਬੰਦੇ ਨੂੰ ਥੋੜ੍ਹਾ ਜਿਹਾ ਕਿਵੇਂ ਆਉਂਦਾ ਨਾ ਵੱਡੇ ਦਾ ਹੋ ਜਾਵੇ ਤੇ ਵੇਖਭਾਲ ਥੋੜ੍ਹੀ ਜਿਹੀ ਜ਼ਿਆਦਾ ਕਰਨੀ ਪੈਂਦੀ ਹੈ ਜੀ। ਜੇ ਆਖੋ ਤੇ ਟ੍ਰੇਨਰ ਦੀ ਵੈਸੇ ਜ਼ਰੂਰਤ ਹੈਗੀ ਹੈ ਜੀ, ਕਿਉਂਕਿ ਮੈਂ ਉਹਨਾਂ ਨਹੀਂ ਪੜ੍ਹਿਆ ਵੈਸੇ, ਬਾਕੀ ਟ੍ਰੇਨਰ ਕਿਹੜੀ ਉਹ ਜ਼ਰੂਰੀ ਹੈ ਜੀ। ਡਾਕਟਰ ਪ੍ਰਭਜੀਤ ਸਿੰਘ ਜੀ, ਜਿਵੇਂ ਨਾ ਦੱਸਿਆ ਵੀ ਸਿਖਲਾਈ ਦੀ ਜਿਹੜੀ ਜ਼ਰੂਰਤ ਆ ਤਾਂ ਅੱਗੇ ਆਇਆ ਜਾ ਸਕਦਾ, ਤੇ ਨਾਲ ਮੇਰੇ ਇਹ ਵੀ ਸਵਾਲ ਆਉਂਦਾ ਜੇ ਕਿ ਬੀਬੀਆਂ ਵੀ ਇਸ ਕਿੱਤੇ 'ਚ ਆ ਸਕਦੀਆਂ, ਉਹ ਵੀ ਜ਼ਰੂਰ ਦੱਸਿਓ। ਕਾਲਜ ਆਫ ਫਿਸ਼ਰੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਅਸੀਂ ਲਗਾਤਾਰ ਟ੍ਰੇਨਿੰਗ ਦਿੰਦੇ ਆ। 5 ਦਿਨ ਦੀ ਸਾਡੀ ਟ੍ਰੇਨਿੰਗ ਹੁੰਦੀ ਆ। ਤੇ ਜਿਵੇਂ ਤੁਸੀਂ ਬੀਬੀਆਂ ਦੀ ਗੱਲ ਪੁੱਛੀ ਆ, ਮੈਨੂੰ ਬੀਬੀਆਂ ਵਾਸਤੇ ਟ੍ਰੇਨਿੰਗ ਬਿਲਕੁਲ ਫ੍ਰੀ ਹੈ। ਤੇ ਜਿਵੇਂ ਆ ਸਾਡੇ ਕਿਸਾਨ ਵੀਰ, ਇਸ ਪਿੰਡ ਦੇ ਕਿਸਾਨ ਵੀਰ ਕਹਿ ਰਹੇ ਸੀ ਕਿ ਟ੍ਰੇਨਿੰਗ ਦੀ ਬਹੁਤ ਲੋੜ ਹੈ, ਮੈਂ ਇਹਨਾਂ ਨੂੰ ਇਹੀ ਦੱਸਣਾ ਚਾਹੂੰਗਾ ਕਿ ਯੂਨੀਵਰਸਿਟੀ 'ਤੇ ਅਸੀਂ ਟ੍ਰੇਨਿੰਗ ਦਿੰਦੇ ਹਾਂ। ਜੇ ਇਹਨਾਂ ਨੂੰ ਲੋੜ ਹੈ ਅਸੀਂ ਇਹਨਾਂ ਦੇ ਤਲਾਅ 'ਤੇ ਆ ਕੇ ਵੀ ਟ੍ਰੇਨਿੰਗ ਦੇ ਸਕਦੇ ਹਾਂ। ਯੂਨੀਵਰਸਿਟੀ ਇਹੋ ਜਿਹੇ ਉਪਰਾਲੇ ਵੀ ਕਰਦੀ ਹੈ। ਸਾਡੇ ਹੋਰ ਕਿਸਾਨ ਵੀਰ ਜਿਹੜੇ ਉਹਨਾਂ ਨਾਲ ਗੱਲ ਕਰਦੇ ਆ ਜੀ।
ਤੁਹਾਡੇ ਨਾਲ ਜੀ ਤੁਸੀਂ ਆਪਣਾ ਨਾਂ ਤੇ ਪਿੰਡ ਦੱਸੋ ਤੇ ਕਿਹੋ ਜਿਹਾ ਜਿਹੜਾ ਉਹ ਤੁਸੀਂ ਯੂਨੀਵਰਸਿਟੀ ਦੇ ਮਾਹਰ ਆਏ ਨੇ ਕੋਈ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਤੇ ਕਿਹੋ ਜੀ ਆਪਣੀ ਜਿਹੜੀ ਆ ਤੁਸੀਂ ਸੋਚ ਰੱਖਦੇ ਹੋ ਇਸ ਕਿੱਤੇ ਪ੍ਰਤੀ। ਨਮਸਕਾਰ ਜੀ, ਮੇਰਾ ਨਾਮ ਰਾਜੂ ਨਾਰੰਗ ਹੈ। ਮੈਂ ਫਾਜ਼ਿਲਕਾ ਰਹਿੰਦਾ ਜੀ ਔਰ ਸਜਰਾਣੇ ਵਿੱਚ ਝੀਂਗਾ ਫਾਰਮਿੰਗ ਕਰ ਰਿਹਾ ਜੀ। ਪਿਛਲੇ ਕਾਫੀ ਸਾਲਾਂ ਤੋਂ ਮੈਂ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹਾਂ। ਯੂਨੀਵਰਸਿਟੀ ਦੀ ਗਾਈਡਲਾਈਨ ਨਾਲ ਜੋ ਇਹ ਝੀਂਗਾ ਫਾਰਮ ਹੋ ਰਿਹਾ ਜੀ ਔਰ ਇੱਥੇ ਕਰੀਬ ਸਰ 600 ਏਕੜ ਜ਼ਮੀਨ ਹੈਗੀ ਹੈ ਜਿਹੜੀ ਪਿਛਲੇ 50 ਸਾਲਾਂ ਤੋਂ ਬੰਜਰ ਪਈ ਹੈ ਔਰ ਸਾਰੇ ਹੀ ਜਿਹੜੇ ਜ਼ਿਮੀਂਦਾਰ ਨੇ ਉਹ ਜਿਹੜਾ ਯੂਨੀਵਰਸਿਟੀ ਨੇ ਇੱਥੇ ਟਰਾਇਲ ਲਗਾਇਆ ਹੋਇਆ ਹੈ ਉਹਨੂੰ ਹੀ ਵੇਖ ਰਹੇ ਨੇ ਜੀ। ਉਹ ਅੱਜ ਲਗਭਗ ਯੂਨੀਵਰਸਿਟੀ ਦੀ ਕਿਰਪਾ ਨਾਲ, ਪਰਮਾਤਮਾ ਦੀ ਕਿਰਪਾ ਨਾਲ ਸਕਸੈਸਫੁਲ ਹੈ ਜੀ। ਜੇ ਉਹ ਸਕਸੈਸਫੁਲ ਪੂਰਾ ਹੋ ਜਾਂਦਾ ਤਾਂ ਕਰੀਬ ਇੱਥੇ ਅਗਲੇ ਆਉਣ ਵਾਲੇ ਜਿਹੜੇ ਹੈ ਸਾਲ 2 ਸਾਲ ਦੇ ਵਿੱਚ 100 ਕਿੱਲਾ ਘੱਟ ਤੋਂ ਘੱਟ ਝੀਂਗਾ ਹੋਏਗਾ ਜੀ। ਉਹਦੇ ਵਿੱਚ ਛੋਟੀਆਂ ਦਿੱਕਤਾਂ ਜਿਵੇਂ ਆਉਂਦੀਆਂ ਨੇ ਜੀ, ਚਾਹੇ ਉਹ ਕਿਸੇ ਚੀਜ਼ ਦੀ ਘਾਟ ਹੈ, ਚਾਹੇ ਉਹ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ, ਸਾਡੀ ਯੂਨੀਵਰਸਿਟੀ ਹਮੇਸ਼ਾ ਹੀ ਜਿਹੜੀ ਹੈ ਪਹਿਲ ਦੇ ਆਧਾਰ ਤੇ ਹੱਲ ਕਰਦੀ ਹੈ ਜੀ। ਪਰ ਦੇਖਣ ਵਾਲੀ ਗੱਲ ਇਹ ਹੈ ਨਾ ਸਰ, ਜਿਵੇਂ ਟ੍ਰੇਨਿੰਗ ਦੀ ਕਮੀ ਰਹੀ ਜੀ। ਯੂਨੀਵਰਸਿਟੀ ਛੋਟੇ ਜ਼ਿਮੀਂਦਾਰ ਭੋਲੇ ਨੇ, ਇੰਨੇ ਸਵਾਲ ਨਹੀਂ ਕਰ ਸਕਦੇਗੇ। ਉਹਨਾਂ ਦੇ ਮਨ ਦੇ ਵਿੱਚ ਹੈਗੀ ਹੈ ਵੀ ਸਾਡੇ ਕੋਲੇ ਅਸੀਂ ਜਿਵੇਂ 40 ਕਿੱਲਿਆਂ ਦੇ ਮਾਲਕ ਹਾਂ ਜੀ, ਪਰ ਉਹ ਵਿਚਾਰੇ ਦਿਹਾੜੀ ਕਰਦੇ ਨੇ ਜੀ। ਜੇ ਮੰਨ ਲਓ ਸਾਨੂੰ ਸਰਕਾਰ ਵੱਲੋਂ ਥੋੜ੍ਹੀ ਜਿਹੀ ਹੈਲਪ ਮਿਲ ਜਾਵੇ, ਸਾਨੂੰ ਪੰਜਾਬ ਗੌਰਮੈਂਟ ਵੱਲੋਂ ਥੋੜ੍ਹੀ ਜਿਹੀ ਹੈਲਪ ਮਿਲ ਜਾਵੇ, ਲੋਕਲ ਡਿਪਾਰਟਮੈਂਟ ਵੱਲੋਂ ਹੈਲਪ ਮਿਲ ਜਾਵੇ, ਚਾਹੇ ਉਹ ਸਬਸਿਡੀ ਨੂੰ ਲੈ ਕੇ ਹੈ, ਚਾਹੇ ਉਹ ਲੋਨ ਨੂੰ ਲੈ ਕੇ ਹੈ, ਚਾਹੇ ਉਹ ਟੈਕਨੀਕ ਨੂੰ ਲੈ ਕੇ ਹੈ ਜੀ, ਉਸ ਤੋਂ ਬਾਅਦ ਜਿਹੜਾ ਸਾਰਾ ਜ਼ਿਮੀਂਦਾਰ ਜਿਹੜਾ ਬਹੁਤ ਜ਼ਿਆਦਾ ਖੁਸ਼ਹਾਲ ਹੋ ਜਾਏਗਾ ਤੇ ਜਿਹੜਾ ਸਦਰਾਣੇ ਪਿੰਡ ਦੀ ਜਿਹੜੀ ਨੁਹਾਰ ਹੈ ਉਹ ਸਦਰਾਣੇ ਪਿੰਡ ਦੀ ਨਹੀਂ, ਉਹ ਪੰਜਾਬ ਦੀ ਨੁਹਾਰ ਬਦਲ ਜਾਏਗੀ ਜੀ। ਡਾਕਟਰ ਮੀਰਾ ਜੀ, ਇਹਨਾਂ ਨੇ ਗੱਲ ਕੀਤੀ ਕਿ ਲੋਨ ਜਾਂ ਹੋਰ ਸਹੂਲਤਾਂ ਕੋਈ ਉਪਰਾਲੇ ਜਿਹੜੇ ਇਹੋ ਜਿਹੇ ਕਿਹੜੇ ਹੋ ਸਕਦੇ ਆ? ਪੰਜਾਬ ਸਰਕਾਰ ਦੀਆਂ ਤੇ ਸੈਂਟਰ ਸਰਕਾਰ ਦੀਆਂ ਜਿਵੇਂ ਬਹੁਤ ਸਾਰੀਆਂ ਸਕੀਮਾਂ ਨੇ ਜਿਹਦੇ ਅੰਡਰ ਪ੍ਰੋਵੀਜ਼ਨਸ ਹੈਗੀਆਂ ਕਿ ਜੇ ਇਹ ਕੰਮ ਸਟਾਰਟ ਕਰਨਾ ਚਾਹੁੰਦੇ ਆ ਤੇ ਇਹਨਾਂ ਨੂੰ ਵਿੱਤੀ ਸਹਾਇਤਾ, ਚਾਹੇ ਉਹ ਸਬਸਿਡੀ ਦੇ ਰੂਪ 'ਚ ਚਾਹੇ ਲੋਨ ਦੇ ਰੂਪ ਦੇ ਵਿੱਚ ਹੈਗੀ, ਉਹ ਇਹਨਾਂ ਨੂੰ ਮਿਲੇਗੀ। ਸੋ ਇਹਦੇ ਵਾਸਤੇ ਇਹਨਾਂ ਨੂੰ ਆਪਣੇ ਜ਼ਮੀਨ ਦੇ ਕਾਗਜ਼ ਤੇ ਆਪਣਾ ਕੇਸ ਲੈ ਕੇ ਜਿਹੜਾ ਹੈਗਾ ਲੋਕਲ ਮੱਛੀ ਪਾਲਣ ਵਿਭਾਗ ਦੇ ਦਫ਼ਤਰ ਜਾਣਾ ਪਏਗਾ। ਉੱਥੇ ਇਹਨਾਂ ਨੂੰ ਜਿਹੜੀ ਟ੍ਰੇਨਿੰਗ ਦੀ ਰਿਕੁਆਇਰਮੈਂਟ ਹੁੰਦੀ ਆ ਉਹ ਟ੍ਰੇਨਿੰਗ ਉਹਨਾਂ ਕੋਲੋਂ ਵੀ ਲੈ ਸਕਦੇ ਆ, ਸਾਡੇ ਕੋਲੋਂ ਵੀ ਲੈ ਸਕਦੇ। ਜਿਵੇਂ ਡਾਕਟਰ ਪ੍ਰਭਜੀਤ ਨੇ ਕਿਹਾ ਸੀਗਾ ਕਿ ਅਸੀਂ ਇਹ ਟ੍ਰੇਨਿੰਗ ਦਿੰਦੇ ਆ, ਜਿਹੜੇ ਵੀ ਚਾਹਵਾਨ ਵਿਅਕਤੀ ਨੇ ਜਿਹੜੇ ਚਾਹੁੰਦੇ ਆ ਕਿ ਇਸ ਖੇਤਰ ਦੇ ਵਿੱਚ ਝੀਂਗਾ ਪਾਲਣ ਕਰਨ, ਉਹ ਆਪਣੇ ਨਾਮ ਸਾਨੂੰ ਦੇ ਦੇਣ, ਉਹਨਾਂ ਕੋਲ ਸਰਟੀਫਿਕੇਟ ਆ ਜਾਏਗਾ। ਉਹ ਸਰਟੀਫਿਕੇਟ ਲੈ ਕੇ ਤੇ ਆਪਣੀ ਜ਼ਮੀਨ ਦੇ ਕਾਗਜ਼ ਤੇ ਬਾਕੀ ਕਾਗਜ਼ ਪੂਰੇ ਕਰਕੇ ਇਹ ਜਿਹੜੇ ਆਪਣੇ ਸਬਸਿਡੀ ਦੇ ਕੇਸ ਜਾਂ ਲੋਨ ਦੇ ਕੇਸ ਜਿਹੜੇ ਆ ਉਹ ਆਪਣੇ ਲੋਕਲ ਡਿਸਟ੍ਰਿਕਟ ਲੈਵਲ ਦਾ ਜਿਹੜਾ ਮੱਛੀ ਪਾਲਣ ਵਿਭਾਗ ਆ ਉਹਨਾਂ ਨਾਲ ਸੰਪਰਕ ਕਰ ਸਕਦੇ ਹੈਗੇ ਆ। ਮੇਰਾ ਨਾਮ ਅਜੇ ਕੁਮਾਰ ਹੈ, ਮੇਰਾ ਪਿੰਡ ਸ਼ਜਰਾਣਾ ਹੈਗਾ ਜੀ। ਯੂਨੀਵਰਸਿਟੀ ਦੇ ਹਿਸਾਬ ਨਾਲ ਅੱਗੇ ਝੀਂਗਾ ਫਾਰਮ ਬਣਿਆ ਸੀ ਜੀ, ਅਸੀਂ ਹੋਰ ਵੀ ਝੀਂਗਾ ਫਾਰਮ ਬਣਾਵਾਂਗੇ ਜੀ ਤੇ ਸਰਕਾਰ ਕੋਲ ਵੀ ਸਾਨੂੰ ਮਦਦ ਚਾਹੀਦੀ ਹੈ ਜੀ। ਬੜੀ ਸੋਹਣੀ ਗੱਲ ਇੱਕ ਲੱਗੀ ਕਿ ਜਿੰਨੇ ਕਿਸਾਨ ਵੀਰਾਂ ਨਾਲ ਸਾਡੀ ਗੱਲ ਹੋਈ ਆ ਸਾਰੇ ਖੁਸ਼ ਨੇ ਕਿ ਝੀਂਗਾ ਪਾਲਣ ਦੇ ਵਿੱਚ ਕਮਾਈ ਵੀ ਚੰਗੀ ਆ ਤੇ ਸਾਨੂੰ ਯੂਨੀਵਰਸਿਟੀ ਤੇ ਜਿਹੜਾ ਮੱਛੀ ਪਾਲਣ ਵਿਭਾਗ ਪੰਜਾਬ ਆ ਉਹਦੇ ਵੱਲੋਂ ਵੀ ਵਧੀਆ ਜਿਹੜਾ ਸਹਿਯੋਗ ਮਿਲ ਰਿਹਾ। ਸਾਡੇ ਇੱਕ ਹੋਰ ਕਿਸਾਨ ਵੀਰ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੀ ਇਹਨਾਂ ਦੀ ਸੋਚ ਆ ਝੀਂਗਾ ਪਾਲਣ ਸੰਬੰਧੀ ਤੇ ਕਿਸ ਤਰੀਕੇ ਦੀ ਇਹ ਕੋਈ ਗੱਲਬਾਤ ਜਿਹੜੀ ਜਾਣਨਾ ਚਾਹੁੰਦੇ। ਮੇਰਾ ਨਾਮ ਜੀ ਪਵਨ ਕੁਮਾਰ ਨਾਰੰਗ, ਪਿੰਡ ਮਾਵਾਣਾ ਬੋਦਲਾ ਜੀ, ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਜੀ। ਮੈਂ ਜੀ ਨਵਾਂ ਕੰਮ ਕਰਨਾ ਚਾਹੁੰਦਾ ਝੀਂਗੇ ਮੱਛੀ ਦਾ ਜੀ, ਮਤਲਬ ਸਵਾਲਾਂ ਦਾ ਜਵਾਬ ਤਾਂ ਲੈਣਾ ਚਾਹੁੰਦਾ ਜੀ ਕਿ ਜੋ ਵੀ ਮੈਂ ਨਵਾਂ ਕੰਮ ਕਰਨਾ ਵੀ ਮੈਨੂੰ ਕੀ ਚਾਹੀਦਾ, ਕਿਵੇਂ ਕਰਨਾ ਹੈ ਜੀ। ਮੇਰੇ ਕੋਲ 3-4 ਕਿੱਲੇ ਜ਼ਮੀਨ ਹੈ ਜੀ। ਡਾਕਟਰ ਪ੍ਰਭਜੀਤ ਹੋਰਾਂ ਕੋਲੋਂ ਪੁੱਛਦੇ ਆ ਕਿ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਅੱਗੇ ਵਧ ਸਕਦੇ ਤੇ ਕਿੰਨੇ ਕੁ ਸਰਮਾਏ ਦੀ ਉਹਨਾਂ ਲੋੜ ਪੈਣੀ ਹੈ। ਜਿਹੜੇ ਵੀ ਕਿਸੇ ਕਿਸਾਨ ਵੀਰ ਨੇ ਪਹਿਲੀ ਵਾਰ ਝੀਂਗਾ ਪਾਲਣ ਕਰਨਾ ਹੈ, ਸਭ ਤੋਂ ਪਹਿਲਾ ਕੰਮ ਹੈ ਕਿ ਉਹ ਆਪਣੇ ਪਾਣੀ ਦੀ ਟੈਸਟਿੰਗ ਕਰਾਵੇ। ਹੁਣ ਸਵਾਲ ਆਉਂਦਾ ਕਿ ਪਾਣੀ ਦੀ ਟੈਸਟਿੰਗ ਕਿੱਥੋਂ ਹੁੰਦੀ ਹੈ? ਉਹ ਸਾਡੇ ਜਿਹੜੇ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ 'ਚ ਆਪਣਾ ਪਾਣੀ ਦਾ ਸੈਂਪਲ ਲੈ ਕੇ ਆ ਸਕਦੇ ਨੇ। ਪਾਣੀ ਦੀ ਸੈਂਪਲ ਦੀ ਰਿਕੁਆਇਰਮੈਂਟ ਸਾਡੀ 1 ਲੀਟਰ ਪਾਣੀ, ਸਾਫ਼ ਸੁਥਰੀ ਬੋਤਲ 'ਚ 1 ਲੀਟਰ ਪਾਣੀ ਹੋਵੇ। ਸੋ ਪਹਿਲਾ ਕੰਮ ਹੈ ਪਾਣੀ ਦੀ ਟੈਸਟਿੰਗ। ਜਦੋਂ ਸਾਡੇ ਵੱਲੋਂ ਤੁਹਾਨੂੰ ਸਰਟੀਫਿਕੇਟ ਇਹ ਮਿਲ ਜਾਏਗੀ ਕਿ ਤੁਹਾਡਾ ਪਾਣੀ ਝੀਂਗਾ ਪਾਲਣ ਲਈ ਅਨੁਕੂਲ ਹੈ, ਉਹਦੇ ਬਾਅਦ ਫਿਰ ਜਿਹੜਾ ਹੈ ਤਲਾਅ ਦੀ ਜਿਹੜੀ ਹੈ ਪਟਾਈ ਸਟਾਰਟ ਹੁੰਦੀ ਹੈ। ਉਹਦੇ ਬਾਅਦ ਫਿਰ ਆਪਾਂ ਨੂੰ ਕਿਉਂਕਿ ਬਚ ਦੀ ਲੋੜ ਹੁੰਦੀ ਹੈ। ਬਚ ਅਸੀਂ ਇਹਦਾ ਇੱਕ ਖਾਸ ਕਿਸਮ ਦਾ ਬਚ, ਜਦੋਂ ਤਲਾਅ ਆਪਣਾ ਤਿਆਰ ਹੋ ਗਿਆ, ਤਲਾਅ ਦੀ ਤਿਆਰੀ ਲਗਭਗ 15 ਦਿਨ ਦੀ ਹੁੰਦੀ ਹੈ ਕਿ ਉਹਦੇ 'ਚ ਪਹਿਲੇ ਅਸੀਂ ਪਾਣੀ ਭਰਨ ਤੋਂ ਬਾਅਦ ਕੁਛ, ਕਿਉਂਕਿ ਇਸ ਕਿੱਤੇ 'ਚ ਅਸੀਂ ਕੋਈ ਐਂਟੀਬਾਇਓਟਿਕ ਵਗੈਰਾ ਯੂਜ਼ ਨਹੀਂ ਕਰ ਸਕਦੇ ਕਿਉਂਕਿ ਇਹ ਜਿਹੜਾ ਸਾਰਾ ਹੈ ਨਿਰਯਾਤ ਹੁੰਦਾ, ਐਕਸਪੋਰਟ ਹੁੰਦਾ ਬਾਹਰਲਿਆਂ ਮੁਲਕਾਂ 'ਚ, ਤੇ ਕਿਤੇ ਵੀ ਅਗਰ ਕੋਈ ਕਿਸੇ ਕਿਸਮ ਦਾ ਐਂਟੀਬਾਇਓਟਿਕ ਰੈਜ਼ੀਡਿਊ ਆ ਜਾਵੇ ਤੇ ਪੂਰੇ ਝੀਂਗੇ ਦਾ ਕੰਸਾਈਨਮੈਂਟ ਰਿਜੈਕਟ ਹੋ ਜਾਂਦਾ। ਇਸ ਕਰਕੇ ਤਲਾਅ ਦੀ ਤਿਆਰੀ ਲਈ ਅਸੀਂ ਡਿਫਰੈਂਟ ਕਿਸਮ ਦੇ ਜਿਹੜੇ ਲਾਭਦਾਇਕ ਬੈਕਟੀਰੀਆ, ਜਿਨ੍ਹਾਂ ਨੂੰ ਪ੍ਰੋਬਾਇਓਟਿਕ ਬੈਕਟੀਰੀਆ ਕਹਿੰਦੇ ਆ, ਉਹਨਾਂ ਦੀ ਵਰਤੋਂ ਕਰਦੇ ਹਾਂ। ਜਦੋਂ ਤਲਾਅ 15 ਦਿਨਾਂ ਦਾ ਤਿਆਰ ਹੋ ਗਿਆ, ਉਹਦੇ ਬਾਅਦ ਹੁੰਦਾ ਬਚ। ਜਿਹੜਾ ਬਚ ਹੈ ਉਹ ਇੱਕ ਸਪੈਸ਼ਲ ਕਿਸਮ ਦਾ ਬਚ, ਖਾਸ ਕਿਸਮ ਦਾ ਬਚ ਹੈ ਜਿਹਨੂੰ SPF ਕਹਿੰਦੇ ਆ, ਸਪੈਸੀਫਿਕ ਪੈਥੋਜਨ ਫਰੀ। ਜਿਹੜੀ ਸਾਡੇ ਤੱਟਵਰਤੀ ਰਾਜ ਨੇ, ਜਿਵੇਂ ਆਂਧਰਾ ਪ੍ਰਦੇਸ਼ ਹੋ ਗਿਆ ਤੁਹਾਡਾ, ਤਮਿਲਨਾਡੂ ਹੋ ਗਿਆ, ਪੌਂਡੀਚੇਰੀ ਹੋ ਗਿਆ, ਉੱਥੋਂ ਬਚ ਮਿਲਦਾ ਹੈ।
ਉੱਥੇ ਕੋਸਟਲ ਐਕਵਾਕਲਚਰ ਅਥਾਰਟੀ ਦੀਆਂ ਰਜਿਸਟਰਡ ਹੈਚਰੀਆਂ ਨੇ, ਉਹਨਾਂ ਤੋਂ ਹੀ ਬਚ ਲੈਣਾ ਹੈ। ਫਿਰ ਉਹਦੇ ਬਾਅਦ ਹੁੰਦਾ ਕਿ ਫੀਡ ਜਿਹੜਾ ਹੈ, ਪਹਿਲੇ ਵੀ ਮੈਂ ਦੱਸਿਆ ਕਿ ISO ਮਾਨਤਾ ਪ੍ਰਾਪਤ ਜਿਹੜੀਆਂ ਆਪਣੀਆਂ ਕੰਪਨੀਆਂ ਨਾਲ ਹੈ ਉਹਨਾਂ ਤੋਂ ਫੀਡ ਲੈਣਾ। ਫਿਰ ਆਪਾਂ ਨੂੰ ਏਰੀਏਟਰ ਦੀ ਲੋੜ ਪੈਂਦੀ ਹੈ। ਫਿਰ ਜੇ ਉਹਨਾਂ ਏਰੀਏਟਰਾਂ ਨੂੰ ਲੋਡ ਚਲਾਉਣਾ ਹੈ ਰੈਗੂਲਰ, ਤੇ ਜੇ ਉਹ ਏਰੀਏਟਰ ਨਾ ਚੱਲਣ ਤੇ ਆਕਸੀਜਨ ਦੀ ਡੈਫੀਸ਼ੀਐਂਸੀ ਹੋ ਸਕਦੀ ਹੈ। ਇਸ ਕਰਕੇ ਨਿਰੰਤਰ 24 ਘੰਟੇ ਆਪਾਂ ਨੂੰ ਬਿਜਲੀ ਦੀ ਲੋੜ ਹੈ। ਜੇ 24 ਘੰਟੇ ਦੀ ਬਿਜਲੀ ਦੀ ਜੇ ਕੋਈ ਆਪਣੇ ਕੋਲ ਅਵੇਲੇਬਿਲਟੀ ਨਹੀਂ ਹੈ ਤੇ ਆਪਾਂ ਨੂੰ ਜਨਰੇਟਰ ਰੱਖਣਾ ਪੈਣਾ, ਘੱਟੋ ਘੱਟ 12.5 ਕਿਲੋਵਾਟ ਦਾ ਜਨਰੇਟਰ ਆਪਣੇ ਕੋਲ, ਜਿਹੜਾ ਆਪਣੇ 4 ਤੋਂ 5 ਏਰੀਏਟਰ ਆਰਾਮ ਨਾਲ ਚਲਾ ਲੈਂਦਾ। ਅਸੀਂ 1 ਕਿੱਲੇ ਤੋਂ ਕਰ ਸਕਦੇ ਹਾਂ ਝੀਂਗਾ ਪਾਲਣ। ਤੇ ਜਿਵੇਂ ਸਰਮਾਏ ਦੀ ਗੱਲ ਕਰੀਏ, 7 ਤੋਂ 8 ਲੱਖ ਰੁਪਏ ਦਾ ਖਰਚਾ ਹੈ, ਜਿਹਦੇ 'ਚ ਮੈਡਮ ਸਾਡੇ ਡੀਨ ਮੈਡਮ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਆਮ ਜਨਰਲ ਵਰਗ ਨੂੰ 40% ਸਬਸਿਡੀ ਮਿਲਦੀ ਹੈ, ਜਿਹਦੀ 1 ਹੈਕਟੇਅਰ ਦੀ ਪ੍ਰੋਜੈਕਟ ਕਾਸਟ ਲਗਭਗ 14 ਲੱਖ ਰੁਪਇਆ, ਤੇ ਉੱਥੇ 40% ਸਬਸਿਡੀ ਮਿਲਦੀ ਹੈ। ਬੀਬੀਆਂ ਨੂੰ ਤੇ ਜਿਹੜੀਆਂ ਸ਼ਡਿਊਲ ਕਾਸਟ ਕੈਟਾਗਰੀਜ਼ ਨੇ ਉਹਨਾਂ ਨੂੰ 60% ਸਬਸਿਡੀ ਮਿਲਦੀ ਹੈ। ਨਮਸਕਾਰ ਜੀ, ਮੈਂ ਰਵਿੰਦਰ ਚਾਵਲਾ ਫਾਜ਼ਿਲਕਾ ਰਹਿਣ ਵਾਲਾ ਜੀ। ਜੀ ਔਰ ਮੈਂ ਨਾ 3 ਕਿੱਲੇ ਦੇ ਪਾਊਂਡ ਬਣਾਇਆ ਇੱਥੇ ਪਿੰਡ ਸ਼ਜਰਾਣੇ ਜੀ। ਔਰ ਮੈਂ ਉਸ ਨੂੰ ਝੀਂਗਾ ਕਰਨਾ ਚਾਹੁੰਦਾ ਜੀ। ਮੈਨੂੰ ਨੌਲੇਜ ਨਹੀਂ ਹੈਗੀ, ਔਰ ਮੈਨੂੰ ਟ੍ਰੇਨਿੰਗ ਕੰਪਨੀ ਆਪਣੇ ਯੂਨੀਵਰਸਿਟੀ ਦਿੱਤੀ ਜਾਵੇ ਟ੍ਰੇਨਿੰਗ, ਔਰ ਮੈਂ ਕਾਮਯਾਬ ਹੋ ਜਾਵਾਂ ਤੇ ਮਦਦ ਕਰੇ ਯੂਨੀਵਰਸਿਟੀ ਮੇਰੀ। 3 ਏਕੜ 'ਚ ਤੁਸੀਂ 3 ਪਾਉਂਡ ਬਣਾਏ ਆ, ਤੇ ਉਹਦੇ ਨਾਲ ਕੋਈ ਸਬਸਿਡੀ ਜਾਂ ਇਹੋ ਜਿਹੀ ਕੋਈ ਗੱਲਬਾਤ, ਉਹ ਵੀ ਤੁਹਾਨੂੰ ਕੋਈ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਜੀ? ਸਬਸਿਡੀ ਚਾਹੀਦੀ ਹੈ ਪਰ ਮਿਲਦੀ ਨਹੀਂ। ਸਾਲ ਹੁਣ ਕੰਮ ਕਰ ਲਓ, ਅਗਲੇ ਸਾਲ ਮਿਲਣੀ ਸਬਸਿਡੀ ਸਾਨੂੰ ਜੀ। ਅੱਛਾ, ਸਬਸਿਡੀ ਨਾਲ ਨਾਲ ਮਿਲਣੀ ਚਾਹੀਦੀ ਹੈ ਜੀ, ਕਿਉਂ ਸਾਡੇ ਕੋਲ ਇੰਨੇ ਰੁਪਈਏ ਕੋਣੀ ਵੀ ਕੰਮ ਕਰਨ ਵਾਸਤੇ ਜੀ। ਇਸ ਦਿਸ਼ਾ ਵਿੱਚ ਅਸੀਂ ਇਹ ਜ਼ਰੂਰ ਪ੍ਰਪੋਜ਼ ਕਰ ਸਕਦੇ ਹਾਂ ਕਿ ਜਿਹੜਾ ਸਾਡਾ ਸਟੇਟ ਫਿਸ਼ਰੀਜ਼ ਡਿਪਾਰਟਮੈਂਟ ਹੈਗਾ ਉਹ ਇਸ ਵੱਲ ਧਿਆਨ ਦੇਵੇ। ਜੇ ਇਦਾਂ ਦਾ ਕੋਈ ਉਪਰਾਲਾ ਹੋ ਸਕਦਾ, ਜਿਹੜੇ ਸਾਡੇ ਪੜੋਸੀ ਰਾਜ ਨੇ ਜਿਵੇਂ ਹਰਿਆਣਾ ਜਾਂ ਰਾਜਸਥਾਨ ਹੈ, ਉੱਥੇ ਇਸ ਤਰ੍ਹਾਂ ਹੁੰਦਾ ਹੈਗਾ ਕਿ ਜਿਵੇਂ ਤਲਾਅ ਪੱਟੇ ਜਾਂਦੇ ਨੇ, ਸੀਡ ਪਾ ਲਿਆ ਜਾਂਦਾ ਹੈ, ਤੇ ਹਰ ਸਟੇਜ ਦੇ ਵਿੱਚ ਉਹਨਾਂ ਨੂੰ ਥੋੜ੍ਹੀ ਸਬਸਿਡੀ ਜਿਹੜੀ ਆ ਰਿਲੀਜ਼ ਹੁੰਦੀ ਹੈਗੀ ਆ। ਸੋ ਜਿੰਨੇ ਵੀ ਕਿਸਾਨ ਵੀਰਾਂ ਨਾਲ ਮੇਰੀ ਗੱਲ ਹੋਈ ਆ, ਉਹ ਵੀ ਸਾਰੇ ਕਿਸਾਨ ਵੀਰ ਇਹੀ ਚਾਹੁੰਦੇ ਨੇ ਕਿ ਇਕੱਠੀ ਸਬਸਿਡੀ ਰਿਲੀਜ਼ ਕਰਨ ਦੀ ਬਜਾਏ ਜੇ ਉਹਨਾਂ ਨੂੰ ਫੇਜ਼ਡ ਮੈਨਰ ਦੇ ਵਿੱਚ ਸਬਸਿਡੀ ਰਿਲੀਜ਼ ਕਰ ਦਿੱਤੀ ਜਾਵੇ। ਭਾਵ ਹੈ ਜੇ ਉਹਨਾਂ ਨੇ ਤਲਾਅ ਤਿਆਰ ਕਰ ਲਿਆ ਤੇ ਉਹਨਾਂ ਨੂੰ ਕੁਝ % ਉਦੋਂ ਦੇ ਦਿੱਤਾ ਜਾਵੇ ਜਦੋਂ ਉਹਨਾਂ ਨੇ ਸੀਡ ਖਰੀਦਣੀ ਹੈ ਜਾਂ ਫੀਡ ਖਰੀਦਣੀ ਹੈਗੀ ਹੈ, ਉਦੋਂ ਉਹਨਾਂ ਨੂੰ ਕੁਝ ਪੈਸਾ ਦੇ ਦਿੱਤਾ ਜਾਵੇ। ਫਿਰ ਇਸ ਤਰ੍ਹਾਂ ਕੀ ਹੁੰਦਾ ਕਿ ਜਿਹੜੇ ਕਿਸਾਨ ਵੀਰ ਜਿਹੜੇ ਮਾਲੀ ਹਾਲਤ ਜਿਨ੍ਹਾਂ ਦੀ ਜ਼ਿਆਦਾ ਅੱਛੀ ਨਹੀਂ ਹੈ, ਜ਼ਿਆਦਾ ਉਹਨਾਂ ਕੋਲ ਪੈਸਾ ਨਹੀਂ ਹੈਗਾ ਲਗਾਉਣ ਵਾਸਤੇ, ਉਹਨਾਂ ਨੂੰ ਸਮੇਂ-ਸਮੇਂ ਸਿਰ ਜਿਹੜੀ ਹੈ ਉਹਨਾਂ ਦੀ ਮਦਦ ਹੁੰਦੀ ਰਹੇਗੀ ਤੇ ਉਹਨਾਂ ਨੂੰ ਜਿਹੜੀ ਹੈ ਇਸ ਦਿਸ਼ਾ ਵਿੱਚ ਜਿਹੜੀ ਸ਼ੁਰੂਆਤ ਕਰਨੀ ਥੋੜੀ ਸੌਖੀ ਹੋ ਜਾਏਗੀ। ਮੇਰਾ ਨਾਮ ਰਮੇਸ਼ ਚੰਦਰ, ਪਿੰਡ ਸ਼ਜਰਾਣਾ, ਤਹਿਸੀਲ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹਾਂ ਜੀ। ਮੇਰਾ ਸਵਾਲ ਇਹ ਕਿ ਜਿਹੜਾ ਇੱਕ ਵਾਰ ਆਪਾਂ ਕਰਨਾ, ਇਹਨੂੰ ਦੋ ਵਾਰ ਪਲਾਂਟ ਨੂੰ ਮੰਨ ਲਓ ਤਿਆਰ ਕੀਤਾ ਜਾਵੇ ਤਾਂ ਇਸ ਦੇ ਬਾਰੇ ਵਿੱਚ ਮੈਂ ਸੁਝਾਅ ਦਿੱਤਾ ਜਾਵੇ ਜੀ। ਤੁਸੀਂ ਚਾਹੁੰਦੇ ਹੋ ਵੀ ਜਿਵੇਂ ਇੱਕ ਫਸਲ ਲਈ ਜਾਂਦੀ ਆ ਵੀ 3-4 ਲੱਖ ਰੁਪਈਆ, ਜਿਵੇਂ ਮੈਡਮ ਉਹਨਾਂ ਨੇ ਦੱਸਿਆ, ਤੇ ਤੁਹਾਡੇ ਵਿਚਾਰ ਹੈ ਵੀ 7-8 ਲੱਖ ਰੁਪਈਆ ਆ ਜੇ ਸਾਲ ਦਾ? ਦੇਖੋ, ਗੱਲ ਇੱਦਾਂ ਹੈ, ਜਿਹੜਾ ਝੀਂਗਾ ਪਾਲਣ ਦਾ ਅਨੁਕੂਲ ਸਮਾਂ ਉਹ ਹੈਗਾ ਅਪ੍ਰੈਲ ਤੋਂ ਲੈ ਕੇ ਅਕਤੂਬਰ। ਪਰ ਹੁੰਦਾ ਕੀ ਹੈ ਕਿ ਜਦੋਂ ਅਸੀਂ ਤਲਾਅ 'ਚ ਝੀਂਗਾ ਪਾਲਣ ਕਰ ਲੈਂਦੇ ਹਾਂ, 120 ਦਿਨ ਦੀ ਖੇਤੀ 'ਚ ਹੌਲੀ ਹੌਲੀ ਪਾਣੀ ਦੀ ਕੁਆਲਿਟੀ ਜਿਹੜੀ ਥੋੜ੍ਹੀ ਜਿਹੀ ਡਿਟਿਓਰੇਟ ਹੋ ਜਾਂਦੀ ਹੈ, ਜਿਵੇਂ ਜੈਵਿਕ ਅਗਾਰ ਬਹੁਤ ਜ਼ਿਆਦਾ ਜਮ੍ਹਾਂ ਹੋ ਜਾਂਦੀ ਹੈ, ਅਤੇ ਉਸ ਜਿਹੜਾ ਪਾਣੀ 'ਚ ਦੁਬਾਰਾ ਝੀਂਗਾ ਪਾਲਣਾ ਟੈਕਨੀਕਲੀ ਉਹਦੀ ਥੋੜ੍ਹੀ ਜਿਹੀ ਪ੍ਰੋਬਲਮ ਆ ਸਕਦੀ ਹੈ, ਕਿਉਂਕਿ ਪੂਰਾ ਪਾਣੀ ਖਾਲੀ ਕਰਨਾ, ਮਿਡ ਕਲਚਰ ਜਾਂ ਪਾਣੀ ਨੂੰ ਸੁਕਾਉਣਾ ਉਹ ਥੋੜ੍ਹਾ ਜਿਹਾ ਔਖਾ ਹੈ। ਅਤੇ ਕਈ ਵਾਰ ਕੋਈ ਫਾਰਮਰ ਸਕਸੈਸਫੁਲ ਵੀ ਹੋ ਸਕਦਾ, ਪਰ ਜ਼ਿਆਦਾ ਚਾਂਸਿਸ ਰਹਿੰਦੇ ਨੇ ਕਿ ਨੁਕਸਾਨ ਵੀ ਹੋ ਸਕਦਾ ਹੈ। ਸੋ ਆਮ ਤੌਰ 'ਤੇ ਅਸੀਂ ਕੀ ਕਹਿੰਦੇ ਹਾਂ ਕਿ ਜਿਹੜੇ ਸਾਡੇ ਨਵੇਂ ਕਿਸਾਨ ਹੋਣ, ਤੁਸੀਂ ਇੱਕ ਫਸਲ ਲਓ, ਚੰਗੀ ਤਰ੍ਹਾਂ ਕਰੋ ਤੇ ਵੱਧ ਮੁਨਾਫਾ ਲਓ। ਡਾਕਟਰ ਮੀਰਾ ਆਂਸਲ ਜਿਹੜੇ ਆ ਉਹਨਾਂ ਦੇ ਕੋਲੋਂ ਪੁੱਛਾਂਗੇ ਕਿ ਤੁਸੀਂ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੂੰ ਕਿਹੋ ਜਿਹਾ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਉਹ ਇੱਕ ਵਧੀਆ ਪ੍ਰੇਰਨਾ ਜਿਹੜੀ ਉਹ ਲੈ ਕੇ ਜਾਣ? ਹਾਂਜੀ, ਜਿਵੇਂ ਕਿ ਅੱਜ ਦੀ ਪੂਰੀ ਚਰਚਾ ਜਿਹੜੀ ਹੋਈ ਆ, ਉੱਥੋਂ ਸਾਨੂੰ ਇਹ ਪਤਾ ਲੱਗਿਆ ਹੈਗਾ ਕਿ ਇਹ ਜਿਹੜੀਆਂ ਬੇਕਾਰ ਪਈਆਂ ਜ਼ਮੀਨਾਂ ਸੀਗੀਆਂ, ਹੁਣ ਇੱਕ ਵਰਦਾਨ ਜਿਹੜੀਆਂ ਸਿੱਧ ਹੋ ਰਹੀਆਂ ਨੇ। ਸਾਡੇ ਕਿਸਾਨ ਵੀਰ ਇਹਦੇ ਵਿੱਚ ਝੀਂਗਾ ਪਾਲ ਰਹੇ ਨੇ, ਮੱਛੀ ਪਾਲ ਰਹੇ ਨੇ, ਤੇ ਉਹਨਾਂ ਨੂੰ ਇਹਨਾਂ ਜ਼ਮੀਨਾਂ ਤੋਂ ਵਧੀਆ ਕਮਾਈ ਹੋ ਰਹੀ ਹੈ। ਬਟ ਇੱਥੇ ਮੈਂ ਤੁਹਾਨੂੰ ਇਹ ਸੰਦੇਸ਼ ਦੇਣਾ ਚਾਹਾਂਗੀ ਕਿ ਜਿਹੜੇ ਵੀ ਕਿਸਾਨ ਵੀਰ ਇਹਨਾਂ ਜ਼ਮੀਨਾਂ ਵਿੱਚ ਮੱਛੀ ਜਾਂ ਝੀਂਗਾ ਪਾਲਣ ਕਰਨਾ ਚਾਹੁੰਦੇ ਨੇ, ਸਭ ਤੋਂ ਪਹਿਲਾਂ ਜਿਹੜੀ ਉਹ ਲੋੜੀਂਦੀ ਟ੍ਰੇਨਿੰਗ ਹੈਗੀ ਆ ਉਹ ਜ਼ਰੂਰ ਲੈਣ, ਕਿਉਂਕਿ ਕੋਈ ਵੀ ਕੰਮ ਕਰਨਾ ਹੈ ਅਸੀਂ ਉਹ ਚੰਗੀ ਤਰ੍ਹਾਂ ਜੇ ਕਰਨਾ ਹੈ, ਅਸੀਂ ਉਹਦੇ 'ਚ ਚਾਹੁੰਦੇ ਹਾਂ ਕਿ ਰਿਸਕ ਬਹੁਤ ਘਟੇ ਤੇ ਸਾਨੂੰ ਮੁਨਾਫਾ ਜ਼ਿਆਦਾ ਤੋਂ ਜ਼ਿਆਦਾ ਹੋਵੇ, ਤੇ ਉਹਦੇ ਲਈ ਟ੍ਰੇਨਿੰਗ ਲੈਣਾ ਬਹੁਤ ਜ਼ਰੂਰੀ ਹੈ। ਤੇ ਇਸ ਚਰਚਾ ਦੇ ਵਿੱਚ ਅਸੀਂ ਦੱਸਿਆ ਹੈਗਾ ਕਿ ਇਹ ਟ੍ਰੇਨਿੰਗ ਯੂਨੀਵਰਸਿਟੀ ਵੱਲੋਂ ਦਿੱਤੀ ਜਾਂਦੀ ਹੈ। ਅਸੀਂ ਯੂਨੀਵਰਸਿਟੀ 'ਚ ਵੀ ਇਹ ਟ੍ਰੇਨਿੰਗ ਦੇਵਾਂਗੇ। ਜੇ ਤੁਸੀਂ ਚਾਹੋਗੇ ਅਸੀਂ ਤੁਹਾਡੇ ਫਾਰਮ ਦੇ ਆ ਕੇ ਵੀ ਇਹ ਟ੍ਰੇਨਿੰਗ ਜਿਹੜੀ ਆ ਆਰਗੇਨਾਈਜ਼ ਕਰ ਸਕਦੇ ਹੈਗੇ ਆ। ਅਸੀਂ ਆਪਣੇ ਤਲਾਅ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਾ ਹੈ। ਅਸੀਂ ਕੋਈ ਵੀ ਐਸੀ ਚੀਜ਼ ਤੇ ਅਣਗਹਿਲੀ ਨਹੀਂ ਕਰਨੀ ਜਿੱਥੋਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੁਹਾਡੇ ਤਲਾਅ ਵਿੱਚ ਆ ਸਕਦੀ ਹੈ, ਕਿਉਂਕਿ ਇਹ ਸਾਰੇ ਝੀਂਗਾ ਜਿਹੜਾ ਹੈਗਾ ਇੰਡੀਆ 'ਚੋਂ ਬਾਹਰ ਐਕਸਪੋਰਟ ਹੁੰਦਾ ਹੈਗਾ, ਤੇ ਐਕਸਪੋਰਟ ਇਸ ਚੀਜ਼ ਤੇ ਡਿਪੈਂਡ ਕਰਦਾ ਹੈ ਕਿ ਤੁਹਾਡੇ ਝੀਂਗੇ ਦੀ ਕੁਆਲਿਟੀ ਕਿੱਦਾਂ ਦੀ ਹੈਗੀ ਆ।
ਤੇ ਕੁਆਲਿਟੀ ਤਾਂ ਹੀ ਚੰਗੀ ਹੋਏਗੀ ਜੇ ਸਾਡਾ ਜਿਹੜਾ ਤਲਾਅ ਹੈਗਾ ਉਹ ਸੁਰੱਖਿਅਤ ਹੈਗਾ, ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਜੀਵਾਣੂ ਜਾਂ ਕੀਟਾਣੂ ਨਹੀਂ ਹੈਗਾ, ਉਹਦੀ ਅਸੀਂ ਪਾਣੀ ਦੀ ਕੁਆਲਿਟੀ ਬਹੁਤ ਅੱਛੀ ਰੱਖ ਰਹੇ ਹਾਂ, ਫੀਡ ਅੱਛੀ ਯੂਜ਼ ਕਰ ਰਹੇ ਹੈਗੇ ਹਾਂ। ਜਿਵੇਂ ਕਰੋਨਾ 'ਚ ਤੁਸੀਂ ਦੇਖਿਆ ਕਿ ਚਾਈਨਾ ਤੋਂ ਚੱਲ ਕੇ ਇੱਕ ਬਿਮਾਰੀ ਪੂਰੇ ਹਿੰਦੁਸਤਾਨ 'ਚ ਜਾਂ ਹੋਰ ਦੇਸ਼ਾਂ ਵਿੱਚ ਫੈਲੀ, ਕਿੰਨੀ ਨੁਕਸਾਨ ਹੋਇਆ, ਤੇ ਅਸੀਂ ਨਹੀਂ ਚਾਹੁੰਦੇ ਕਿ ਝੀਂਗਾ ਪਾਲਣ ਦੇ ਵਿੱਚ ਵੀ ਇਹੋ ਜਿਹੀ ਕੋਈ ਬਿਮਾਰੀ ਆ ਜਾਵੇ ਕਿ ਉਹ ਬਾਕੀ ਕਿਸਾਨਾਂ ਨੂੰ ਵੀ ਜਿਹੜਾ ਹੈਗਾ ਉਹਦਾ ਕਹਿ ਲਓ ਨੁਕਸਾਨ ਉਠਾਉਣਾ ਪਵੇ। ਕਿਸਾਨ ਵੀਰੋ, ਸੰਸਥਾਵਾਂ ਲਗਾਤਾਰ ਯਤਨਸ਼ੀਲ ਰਹਿੰਦੀਆਂ ਨੇ, ਅੱਗੇ ਵਧਦੀਆਂ ਨੇ, ਤੇ ਸਰਕਾਰਾਂ ਵੀ ਜਿਹੜੀਆਂ ਹੈ ਉਹ ਪੂਰੀ ਸਹਾਇਤਾ ਕਰਦੀਆਂ ਨੇ ਕਿਸਾਨ ਦੀ। ਜਿਵੇਂ ਇਹ ਜਿਹੜਾ ਝੀਂਗਾ ਪਾਲਣ ਦਾ ਇੱਥੇ ਕੰਮ ਸ਼ੁਰੂ ਕੀਤਾ ਗਿਆ, ਇਹ ਵੀ ਇੱਕ ਸਰਕਾਰੀ ਯੋਜਨਾ ਦੇ ਤਹਿਤ ਕੀਤਾ ਗਿਆ, ਜਿਹਦੇ ਬਾਰੇ ਮੈਂ ਡਾਕਟਰ ਪ੍ਰਭਜੀਤ ਸਿੰਘ ਹੋਰਾਂ ਨੂੰ ਦੱਸੂਗਾ ਕਿ ਕਿਸ ਤਰੀਕੇ ਨਾਲ ਇਹ ਉਪਰਾਲਾ ਆਇਆ ਤੇ ਕਿਸ ਤਰੀਕੇ ਨਾਲ ਸਰਕਾਰ ਨੇ ਇਹਦੇ ਵਿੱਚ ਆਪਣੇ ਜਿਹੜੇ ਯਤਨ ਪਾਏ ਉਹਦੇ ਬਾਰੇ ਥੋੜ੍ਹਾ ਚਾਨਣ ਪਾਉਣ। ਜਿਹੜਾ ਇਹ ਪ੍ਰੋਜੈਕਟ ਇੱਥੇ ਡੈਮੋਨਸਟ੍ਰੇਸ਼ਨ ਪ੍ਰੋਜੈਕਟ ਹੈ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਵੱਲੋਂ ਲਗਾਇਆ ਗਿਆ ਤੇ ਕਾਲਜ ਆਫ ਫਿਸ਼ਰੀਜ਼ ਇਹਦੀ ਜਿਹੜੀ ਹੈ ਰੱਖ ਰਖਾਓ ਕਰ ਰਹੀ ਹੈ। ਇਹ ਬੇਸਿਕਲੀ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਯੋਜਨਾ ਦੇ ਤਹਿਤ ਇੱਕ ਪ੍ਰੋਜੈਕਟ ਹੈ ਜਿਹਦਾ ਵੈਲੀਡੇਸ਼ਨ ਐਂਡ ਡੈਮੋਨਸਟ੍ਰੇਸ਼ਨ ਆਫ ਸ਼੍ਰਿੰਪ ਫਾਰਮਿੰਗ ਟੈਕਨੋਲੋਜੀ ਫਾਰ ਵਾਟਰ ਲੌਗਡ ਐਂਡ ਸਾਲਟ ਅਫੈਕਟਡ ਏਰੀਆਜ਼ ਦਾ ਪੰਜਾਬ ਹੈ। ਅਸੀਂ ਇਹ ਏਰੀਆ ਇਸ ਕਰਕੇ ਚੁਣਿਆ, ਅਸੀਂ ਇਹੋ ਜਿਹੇ 3 ਜਗ੍ਹਾ ਪ੍ਰੋਜੈਕਟ ਲਾਏ ਨੇ ਫਾਜ਼ਿਲਕਾ ਦੇ ਜ਼ਿਲ੍ਹੇ 'ਚ ਹੀ। 3 ਪਿੰਡਾਂ 'ਚ ਪ੍ਰੋਜੈਕਟ ਚੱਲ ਰਹੇ ਨੇ, ਇੱਕ ਗੱਦਾਂ ਟੋਪ 'ਚ ਚੱਲ ਰਿਹਾ, ਇੱਕ ਖੜੁੰਝ ਪਿੰਡ 'ਚ ਚੱਲ ਰਿਹਾ। ਅਸੀਂ ਇਸ ਪ੍ਰੋਜੈਕਟ ਦੇ 2 ਮੰਤਵ ਨੇ। ਅਸੀਂ ਇੱਕ ਤੇ ਜਿਹੜੇ ਆਪਣੇ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ 'ਚ ਐਂਟਰਪ੍ਰੀਨਰਸ਼ਿਪ ਨੂੰ ਡਿਵੈਲਪ ਕਰਨਾ ਚਾਹ ਰਹੇ ਸੀ। ਦੂਜਾ, ਇਸ ਏਰੀਆ ਨੂੰ ਅਸੀਂ ਇਸ ਕਰਕੇ ਸਿਲੈਕਟ ਕੀਤਾ ਕਿ ਇੱਕ ਇਹੋ ਜਿਹਾ ਏਰੀਆ ਹੈ ਜਿਹਦੇ ਕਿਸਾਨ 50-50 ਕਿੱਲੇ ਦੇ ਮਾਲਕ ਨੇ, ਪਰ ਉਹਨਾਂ ਕੋਲ ਕੋਈ ਆਮਦਨੀ ਨਹੀਂ ਹੋ ਰਹੀ, ਤੇ ਇਹ ਪ੍ਰੋਜੈਕਟ ਨਾਲ ਉਹਨਾਂ ਦੇ ਅੰਦਰ ਇੱਕ ਕੌਨਫੀਡੈਂਸ ਆਏਗੀ, ਕਿਉਂਕਿ ਯੂਨੀਵਰਸਿਟੀ ਇਸ ਤਜਰਬੇ ਨੂੰ ਲਗਾਇਆ ਕਿ ਉਹਨਾਂ ਦੇ ਅੰਦਰ ਇੱਕ ਕੌਨਫੀਡੈਂਸ ਆਏਗੀ। ਜੇ ਟਰਾਇਲ ਸਕਸੈਸਫੁਲ ਹੋਏਗਾ ਤੇ ਫਾਰਮਰ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਅਡਾਪਟ ਕਰਨਗੇ। ਤੇ ਦੂਜੀ ਗੱਲ ਇਹ ਕਿ ਅਸੀਂ ਤਿੰਨੋਂ ਜਗ੍ਹਾ ਦਾ ਰੈਗੂਲਰ ਡਾਟਾ ਕਲੈਕਟ ਕਰ ਰਹੇ ਹਾਂ ਤਾਂ ਕਿ ਅਸੀਂ ਇੱਕ ਪੂਰੀ ਪੰਜਾਬ ਵਾਸਤੇ ਪੈਕੇਜ ਆਫ ਪ੍ਰੈਕਟਿਸਿਸ ਜਿਹੜੀ ਹੈ ਰਿਲੀਜ਼ ਕਰੀਏ ਕਿ ਆਪਾਂ ਨੂੰ ਕਿਵੇਂ ਝੀਂਗਾ ਪਾਲਣਾ ਚਾਹੀਦਾ, ਕਿ ਕਿਹੜੇ ਸਟੈਪ ਤੇ ਕੀ ਹੈ। ਇਹ ਤਿੰਨੋਂ ਪ੍ਰੋਜੈਕਟ ਖਤਮ ਹੋਣ ਦੇ ਬਾਅਦ ਅਸੀਂ ਇੱਕ ਪੂਰੀ ਪੈਕੇਜ ਆਫ ਪ੍ਰੈਕਟਿਸਿਸ ਰਿਲੀਜ਼ ਕਰਾਂਗੇ। ਆਮਣੇ ਸਾਹਮਣੇ ਦਾ ਇਹ ਅੰਕ ਝੀਂਗਾ ਪਾਲਣ ਵਾਸਤੇ ਵਿਸ਼ੇਸ਼ ਤੌਰ ਤੇ ਜਿਹੜਾ ਉਹ ਤੁਹਾਡੇ ਸਾਹਮਣੇ ਰੱਖਿਆ ਗਿਆ, ਤੇ ਸਾਡੇ ਕਿਸਾਨ ਵੀਰ ਬੈਠੇ ਸਨ, ਸਾਡੇ ਮਾਹਰ ਬੈਠੇ ਸਨ, ਭਖਵੀਂ ਵਿਚਾਰ ਚਰਚਾ ਹੋਈ ਕਿਹੜੀਆਂ ਲੋੜਾਂ ਨੇ, ਕਿਹੜੀਆਂ ਸਮੱਸਿਆਵਾਂ ਨੇ, ਕਿਸ ਤਰੀਕੇ ਨਾਲ ਕਿੱਤਾ ਸ਼ੁਰੂ ਕੀਤਾ ਜਾ ਸਕਦਾ। ਕਿਸਾਨ ਵੀਰਾਂ ਨੇ ਬੜਾ ਖੁੱਲ੍ਹ ਕੇ ਪੁੱਛਿਆ ਤੇ ਮਾਹਰਾਂ ਨੇ ਵੀ ਬੜੇ ਤਸੱਲੀ ਬਖਸ਼ ਜਿਹੜੇ ਜਵਾਬ ਦਿੱਤੇ ਕਿ ਅਸੀਂ ਕਿਸ ਤਰੀਕੇ ਨਾਲ ਅੱਗੇ ਵੱਧ ਸਕਦੇ ਹਾਂ। ਇਸ ਦੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਕਿਸਾਨ ਵੀਰ ਜਿਹੜੇ ਇੰਨੇ ਚਿਰ ਤੋਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਤੇ ਇੱਥੇ ਬੈਠ ਕੇ ਜਿਹੜਾ ਉਹਨਾਂ ਨੇ ਸਾਰੇ ਪ੍ਰੋਗਰਾਮ ਦੇ ਵਿੱਚ ਆਪਣੀ ਪੂਰੀ ਕਾਰਜਸ਼ੀਲਤਾ ਵਿਖਾਈ। ਤੇ ਨਾਲ ਹੀ ਸਾਡੇ ਮਾਹਰ ਡਾਕਟਰ ਮੀਰਾ ਡੀ ਆਂਸਲ ਜਿਹੜੇ ਕਿ ਡੀਨ ਨੇ ਕਾਲਜ ਆਫ ਫਿਸ਼ਰੀਜ਼ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ, ਤੇ ਡਾਕਟਰ ਪ੍ਰਭਜੀਤ ਸਿੰਘ ਜਿਹੜੇ ਕਿ ਇਸ ਪ੍ਰੋਜੈਕਟ ਦੇ ਨਾਲ ਪੂਰੀ ਤਰ੍ਹਾਂ ਵਾਬਸਤਾ ਨੇ। ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਇਸ ਆਸ ਦੇ ਨਾਲ ਇੱਥੋਂ ਵਿਦਾ ਹੁੰਦੇ ਹਾਂ ਕਿ ਸਾਡੇ ਕਿਸਾਨ ਵੀਰ ਜਿਹੜੇ ਇਸ ਕਿੱਤੇ ਨੂੰ ਅਪਣਾਉਣਗੇ, ਵਧੀਆ ਤਰੀਕੇ ਨਾਲ ਸੁਚਾਰੂ ਢੰਗ ਨਾਲ ਕਰਨਗੇ, ਸਰਕਾਰਾਂ ਤੇ ਸੰਸਥਾਵਾਂ ਉਹਨਾਂ ਦੀ ਬਾਂਹ ਫੜਨਗੀਆਂ, ਤੇ ਨਾਲ ਦੇ ਨਾਲ ਇਹ ਆ ਕਿ ਅਸੀਂ ਪੰਜਾਬ ਦੀ ਖੁਸ਼ਹਾਲੀ ਦੇ ਜੋ ਵੀ ਯੋਗਦਾਨ ਪਾ ਸਕਦੇ ਹਾਂ ਉਹਦੇ ਵਾਸਤੇ ਅਸੀਂ ਯਤਨਸ਼ੀਲ ਰਹਾਂਗੇ। ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ।